12ਵੀਂ ਜਮਾਤ 24ਵੀਂ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਪਿਆਰੇ ਵਿਦਿਆਰਥੀ ਸਾਥੀਓ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਆਪਾਂ ਅੱਜ ਕਿੱਸਾ ਕਾਵਿ ਸ਼ੁਰੂ ਕਰਨ ਜਾ ਰਹੇ ਹਾਂ, ਕਿਉਂਕਿ ਇਸ ਨੂੰ ਆਪਾਂ ਬਿਲਕੁਲ ਵੀ ਜਿਹੜਾ ਉਹ ਛੋਹਿਆ ਨਹੀਂ ਸੀ। ਇਹ ਪਾਠਕ੍ਰਮ ਆਪਣਾ ਅਧੂਰਾ ਸੀ। ਤੋ ਅੱਜ ਆਪਾਂ ਕਿੱਸਾ ਕਾਵਿ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰਾਂਗੇ। ਤੋ ਸਾਡੇ ਕੋਲ ਜਿਹੜਾ ਸਭ ਤੋਂ ਪਹਿਲਾ ਕਿੱਸਾਕਾਰ ਹੈ ਉਹ ਹੈ ਪੀਲੂ। ਇਹ ਤੁਹਾਡੇ ਸਾਹਮਣੇ ਪੀਲੂ ਦੀ ਰਚਨਾ ਹੈ ਜਾਂ ਪੀਲੂ ਦੇ ਜੀਵਨ ਵੇਰਵੇ ਹਨ। ਪੀਲੂ ਅਕਬਰ ਦੇ ਸਮੇਂ ਦਾ ਦਮੋਦਰ ਤੋਂ ਬਾਅਦ ਦੂਸਰਾ ਪ੍ਰਸਿੱਧ ਕਵੀ ਸੀ, ਜਿਸ ਨੇ ਕਿੱਸਾ ਕਾਵਿ ਦੀ ਰਚਨਾ ਕੀਤੀ। ਉਸਨੇ ਸਭ ਤੋਂ ਪਹਿਲਾਂ ਮਿਰਜ਼ਾ ਅਤੇ ਸਾਹਿਬਾਂ ਦਾ ਕਿੱਸਾ ਜੋੜਿਆ, ਕਿਉਂਕਿ ਆਪਾਂ ਜਾਣਦੇ ਹਾਂ ਕਿ ਦਮੋਦਰ ਨੇ ਜਿਹੜਾ ਹੈ ਉਹ ਹੀਰ ਦਾ ਕਿੱਸਾ ਜੋੜਿਆ ਸੀ, ਅਤੇ ਦਮੋਦਰ ਨੂੰ ਅਸੀਂ ਕਿੱਸਾ ਕਾਵਿ ਦਾ ਮੋਢੀ ਮੰਨਦੇ ਹਾਂ। ਇਹ ਸਵਾਲ ਵੀ ਆ ਜਾਂਦਾ ਹੈ ਕਿ ਕਿੱਸਾ ਕਾਵਿ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ, ਤਾਂ ਦਮੋਦਰ ਨੂੰ ਕਿੱਸਾ ਕਾਵਿ ਦਾ ਮੋਢੀ ਮੰਨਿਆ ਜਾਂਦਾ ਹੈ। ਤੋ ਗੱਲ ਕਰੀਏ ਪੀਲੂ ਦੀ, ਤਾਂ ਪੀਲੂ ਨੇ ਮਿਰਜ਼ਾ ਸਾਹਿਬਾਂ ਦੀ ਪ੍ਰੀਤ ਕਹਾਣੀ ਨੂੰ ਸਭ ਤੋਂ ਪਹਿਲਾਂ ਜਿਹੜਾ ਹੈ ਉਹ ਕਿੱਸੇ ਦੇ ਰੂਪ ਵਿੱਚ ਅੰਕਿਤ ਕੀਤਾ। ਉਸ ਨੇ ਇਹ ਕਿੱਸਾ ਜਿਹੜਾ ਹੈ ਉਹ ਸੱਧ ਕਾਵਿ ਰੂਪ ਵਿੱਚ ਲਿਖਿਆ। ਇਸ ਦੇ ਵਿੱਚ ਸਾਦੀ ਸਧਾਰਨ ਮਾਝੀ ਬੋਲੀ ਅਤੇ ਨਾਟਕੀ ਬਿਆਨ ਹੈ, ਜੋ ਇਸ ਨੂੰ ਹੋਰ ਵੀ ਰੋਚਕ ਬਣਾਉਂਦੇ ਹਨ। ਜੇ ਪੀਲੂ ਦੇ ਜਨਮ ਦੀ ਗੱਲ ਕਰੀਏ ਤਾਂ ਪੀਲੂ ਬਾਰੇ ਬਹੁਤੇ ਵੇਰਵੇ ਪ੍ਰਾਪਤ ਨਹੀਂ। ਬਸ ਇੰਨਾ ਕੁ ਪਤਾ ਲੱਗਦਾ ਹੈ ਕਿ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਪੀਲੂ ਪਿੰਡ ਦਾ ਰਹਿਣ ਵਾਲਾ ਸੀ। ਤੋ ਉਸ ਤੋਂ ਅਗਲਾ ਪੈਰਾ ਜਿਹੜਾ ਤੁਹਾਡੇ ਸਾਹਮਣੇ ਹੈ, ਉਸ ਦੇ ਵਿੱਚ ਆਪਾਂ ਨੂੰ ਦਿਖਾਈ ਦੇ ਰਿਹਾ ਹੈ ਕਿ ਇਸ ਕਿੱਸੇ ਦੇ ਵਿੱਚ ਜਿਹੜਾ ਹੈ ਉਹ ਕਿਹੜੀਆਂ ਕਿਹੜੀਆਂ ਰਚਨਾਵਾਂ ਸ਼ਾਮਲ ਹਨ। ਤੋ ਇਸ ਦੇ ਵਿੱਚ ਮਿਰਜ਼ੇ ਨੂੰ ਸਾਹਿਬਾਂ ਦੇ ਵਿਆਹ ਦਾ ਪਤਾ ਲੱਗਣਾ, ਮਾਂ ਦਾ ਮਿਰਜ਼ੇ ਨੂੰ ਰੋਕਣਾ, ਮਿਰਜ਼ੇ ਦਾ ਉੱਤਰ, ਮਿਰਜ਼ੇ ਦਾ ਸਾਹਿਬਾਂ ਨੂੰ ਲੈ ਜਾਣਾ, ਉਸ ਤੋਂ ਬਾਅਦ ਮਿਰਜ਼ੇ ਅਤੇ ਸਾਹਿਬਾਂ ਦੀ ਗੱਲਬਾਤ, ਫਿਰ ਖੀਵੇ ਖਾਨ ਨੂੰ ਸਾਹਿਬਾਂ ਦੇ ਜਾਣ ਬਾਰੇ ਪਤਾ ਲੱਗਣਾ, ਮਿਰਜ਼ਾ ਅਤੇ ਸਾਹਿਬਾਂ ਦੀ ਵਾਰਤਾਲਾਪ ਅਤੇ ਮਿਰਜ਼ੇ ਦੀ ਮੌਤ ਨਾਲ ਸੰਬੰਧਿਤ ਜਿਹੜੇ ਬੰਦ ਹਨ ਉਹ ਸ਼ਾਮਿਲ ਕੀਤੇ ਗਏ ਹਨ। ਹੁਣ ਆਪਾਂ ਪਹਿਲੇ ਬੰਦ ਵੱਲ ਚੱਲਦੇ ਹਾਂ, ਜਿਹੜਾ ਹੈ ਮਿਰਜ਼ੇ ਨੂੰ ਸਾਹਿਬਾਂ ਦੇ ਵਿਆਹ ਦਾ ਪਤਾ ਲੱਗਣਾ। ਹੁਣ ਮਿਰਜ਼ੇ ਨੂੰ ਸਾਹਿਬਾਂ ਦੇ ਵਿਆਹ ਦਾ ਪਤਾ ਲੱਗਦਾ ਹੈ, ਇੱਥੋਂ ਹੀ ਕਹਾਣੀ ਦਾ ਆਰੰਭ ਹੁੰਦਾ ਹੈ। ਤੋਂ ਆਪਾਂ ਪਹਿਲਾਂ ਅਧਿਐਨ ਕਰਦੇ ਹਾਂ ਕਿ ਸਿਆਲਾਂ ਤੋਂ ਬਾਹਮਣ ਤੁਰ ਪਿਆ ਖਰਲਾਂ ਦੇ ਰਾਹ, ਕੋਲ ਮਿਰਜ਼ੇ ਦੇ ਆ ਕੇ ਦੱਸ ਦਿੱਤੀ ਸਾਹੇ ਦੀ ਪਾ, ਮਹਿੰਦੀ ਸਾਹਿਬਾਂ ਦੇ ਹੱਥਾਂ, ਮਹਿੰਦੀ ਸਾਹਿਬਾਂ ਦੇ ਵਿਆਹ ਦੀ ਚੱਲ ਕੇ ਹੱਥੀਂ ਆਪਣੇ ਲਾ, ਭੇਜਿਆ ਸਾਹਿਬਾਂ ਦਾ ਆ ਗਿਆ ਛੇਤੀ ਹੋਏ ਤਿਆਰ। ਤੋ ਸਭ ਤੋਂ ਪਹਿਲਾਂ ਆਪਾਂ ਪ੍ਰਸੰਗ ਦੇਖਣਾ ਹੈ। ਪ੍ਰਸੰਗ ਦੇ ਵਿੱਚ ਕਿਉਂਕਿ ਇਹਨਾਂ ਦੇ ਸਿਰਲੇਖ ਦਿੱਤੇ ਹਨ, ਆਪਾਂ ਨੂੰ ਸਿਰਲੇਖ ਵੀ ਦੇਣੇ ਪੈਣ ਕਿ ਹੱਥਲਾ ਕਾਵਿ ਟੋਟਾ ਸਾਡੀ 12ਵੀਂ ਸ਼੍ਰੇਣੀ ਦੀ 24ਵੀਂ ਪੰਜਾਬੀ ਦੀ ਪਾਠ ਪੁਸਤਕ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਵਿੱਚ ਦਰਜ ਕਿੱਸਾ ਕਾਵਿ ਅਧੀਨ ਕਵੀ ਪੀਲੂ ਦੀ ਰਚਨਾ ਮਿਰਜ਼ਾ ਸਾਹਿਬਾਂ ਵਿੱਚੋਂ ਲਿਆ ਗਿਆ ਹੈ, ਅਤੇ ਇਹ ਸਾਡੀ ਪੁਸਤਕ ਵਿੱਚ ਮਿਰਜ਼ੇ ਨੂੰ ਸਾਹਿਬਾਂ ਦੇ ਵਿਆਹ ਦਾ ਪਤਾ ਲੱਗਣਾ ਸਿਰਲੇਖ ਅਧੀਨ ਦਰਜ ਹੈ। ਤੋ ਇਸ ਬੰਦ ਵਿੱਚ ਮਿਰਜ਼ੇ ਨੂੰ ਸਾਹਿਬਾਂ ਦੇ ਵਿਆਹ ਦਾ ਪਤਾ ਲੱਗਦਾ ਹੈ। ਤੋ ਅੱਗੇ ਇਸ ਤੋਂ ਬਾਅਦ ਵਿਆਖਿਆ ਹੈ। ਵਿਆਖਿਆ ਆਪਾਂ ਅਲੱਗ ਕਰਨੀ ਹੈ, ਪ੍ਰਸੰਗ ਅਲੱਗ ਕਰਨਾ ਹੈ। ਤੋ ਵਿਆਖਿਆ ਕੀ ਹੈ ਕਿ ਜਿਹੜਾ
ਬਾਹਮਣ ਸੀ ਜਿਹੜਾ ਇੱਥੇ ਬਾਹਮਣ ਹੈ ਜਿਹੜਾ ਸ਼ਬਦ ਲਿਖਿਆ, ਉਹ ਅੱਗੇ ਕੀ ਹੁੰਦਾ ਸੀ ਪੁਰਾਣੇ ਸਮਿਆਂ ਦੇ ਵਿੱਚ ਬਾਹਮਣ ਹੀ ਰਿਸ਼ਤੇ ਕਰਿਆ ਕਰਦੇ ਸਨ। ਬਾਹਮਣ ਜਾਂ ਨਾਈ ਇਹ ਦੋ ਹੀ ਵਿਅਕਤੀ ਹੁੰਦੇ ਸਨ ਜਿਹੜੇ ਮੁੱਖ ਤੌਰ 'ਤੇ ਰਿਸ਼ਤੇ ਕਰਵਾਇਆ ਕਰਦੇ ਸਨ ਜਾਂ ਸੰਦੇਸ਼ੇ ਲੈ ਕੇ ਇੱਧਰ ਉੱਧਰ ਜਾਇਆ ਕਰਦੇ ਸਨ। ਤੋ ਗੱਲ ਕਰੀਏ ਇਸ ਜਿਹੜਾ ਬਾਹਮਣ ਹੈ ਉਸ ਦਾ ਨਾਮ ਕਰਮੂ ਦੱਸਿਆ ਜਾਂਦਾ ਹੈ। ਤੋ ਕਹਿੰਦੇ ਕਿ ਕਰਮੂ ਬਾਹਮਣ ਜਿਹੜਾ ਸਾਹਿਬਾਂ ਦੇ ਪਿੰਡੋਂ, ਜਿਹੜਾ ਕਿ ਸਾਹਿਬਾਂ ਦਾ ਪਿੰਡ ਸਿਆਲ ਸੀਗਾ, ਸਿਆਲਾਂ ਤੋਂ ਤੁਰ ਪਿਆ। ਉਹ ਖਰਲਾਂ ਦੇ ਰਾਹ ਪਿਆ। ਖਰਲ ਮਿਰਜ਼ੇ ਦਾ ਪਿੰਡ ਸੀ। ਖਰਲਾਂ ਦੇ ਵਿੱਚ ਪਹੁੰਚ ਕੇ ਮਿਰਜ਼ੇ ਨੂੰ ਜਿਹੜੀ ਹੈ ਉਹ ਸਾਹੇ ਦੀ ਦੱਸ ਜਿਹੜੀ ਪਾ ਦਿੱਤੀ। ਸਾਹਾ ਭਾਵ ਕਿ ਮਿਰਜ਼ੇ ਸਾਹਿਬਾਂ ਨੂੰ ਮਿਰਜ਼ੇ ਨੂੰ ਦੱਸ ਦਿੱਤਾ ਕਿ ਸਾਹਿਬਾਂ ਦੇ ਜਿਹੜਾ ਵਿਆਹ ਹੈ ਉਸ ਦੀ ਮਿਤੀ ਨਿਸ਼ਚਿਤ ਕਰ ਦਿੱਤੀ ਗਈ ਹੈ ਜਾਂ ਉਸ ਦੇ ਵਿਆਹ ਦਾ ਦਿਨ ਮੁਕਰਰ ਕਰ ਦਿੱਤਾ ਗਿਆ ਹੈ। ਤੋ ਜਿਹੜਾ ਬਾਹਮਣ ਹੈ ਉਹ ਮਿਰਜ਼ੇ ਨੂੰ ਕਹਿੰਦਾ ਹੈ ਕਿ ਉਹ ਸਾਹਿਬਾਂ ਦੇ ਹੱਥਾਂ ਦੀ ਮਹਿੰਦੀ ਸਾਹਿਬਾਂ ਦੇ ਵਿਆਹ ਦੀ ਮਹਿੰਦੀ ਆਪਣੇ ਹੱਥਾਂ 'ਤੇ ਲਾ ਲਵੇ। ਭਾਵ ਸਾਹਿਬਾਂ ਨੇ ਉਸ ਨੂੰ ਭੇਜਿਆ ਹੈ ਬਾਹਮਣ ਨੂੰ, ਅਤੇ ਉਹ ਕਹਿੰਦਾ ਹੈ ਕਿ ਉਹ ਮਿਰਜ਼ਾ ਜਿਹੜਾ ਹੈ ਉਹ ਚੱਲ ਕੇ ਸਾਹਿਬਾਂ ਨੂੰ ਵਿਆਹ ਲਵੇ, ਉਹ ਉਸ ਨਾਲ ਵਿਆਹ ਕਰਵਾ ਲਵੇ, ਕਿਉਂਕਿ ਸਾਹਿਬਾਂ ਹੋਰ ਕਿਸੇ ਨਾਲ ਵਿਆਹ ਕਰਵਾਉਣਾ ਨਹੀਂ ਚਾਹੁੰਦੀ। ਤੋ ਇਸ 'ਤੇ ਮਿਰਜ਼ਾ ਜਿਹੜਾ ਹੈ ਉਹ ਬਾਹਮਣ ਜਿਹੜਾ ਹੈ ਮਿਰਜ਼ੇ ਨੂੰ ਕਹਿੰਦਾ ਹੈ ਕਿ ਤੂੰ ਛੇਤੀ ਤੋਂ ਛੇਤੀ ਤਿਆਰ ਹੋ ਕੇ ਸਾਹਿਬਾਂ ਦੇ ਨਾਲ ਸਾਹਿਬਾਂ ਨੂੰ ਵਿਆਹ ਲਈ ਲੈ ਜਾ। ਤੋ ਜਿਹੜਾ ਅਗਲਾ ਬੰਦ ਹੈ ਆਪਣੇ ਕੋਲ ਉਹ ਹੈ ਮਾਂ ਦਾ ਮਿਰਜ਼ੇ ਨੂੰ ਰੋਕਣਾ। ਹੁਣ ਪਿਆਰੇ ਵਿਦਿਆਰਥੀਓ, ਜਦੋਂ ਮਿਰਜ਼ੇ ਨੂੰ ਸਾਹਿਬਾਂ ਦੇ ਵਿਆਹ ਦਾ ਪਤਾ ਬਾਹਮਣ ਕਰਮੂ ਕੋਲੋਂ ਲੱਗਦਾ ਹੈ ਤਾਂ ਉਹ ਤਿਆਰ ਹੋ ਜਾਂਦਾ ਹੈ ਜਾਣ ਦੇ ਲਈ। ਜਦੋਂ ਉਹ ਤਿਆਰ ਹੁੰਦਾ ਹੈ ਤਾਂ ਉਸ ਦੀ ਮਾਂ ਜਿਹੜੀ ਹੈ ਉਹ ਉਸ ਨੂੰ ਰੋਕਦੀ ਹੈ। ਤੋ ਇੱਥੇ ਜਿਹੜੀ ਹੈ ਮਿਰਜ਼ਾ ਦੀ ਮਾਂ ਦਾ ਵਾਰਤਾਲਾਪ ਹੈ। ਤੋ ਮਿਰਜ਼ੇ ਦੀ ਮਾਂ ਉਸ ਨੂੰ ਕਹਿੰਦੀ ਹੈ, ਚੜ੍ਹਦੇ ਮਿਰਜ਼ੇ ਖਾਨ ਨੂੰ ਮੱਤੀ ਦੇਂਦੀ ਮਾਂ, ਬੁਰੇ ਸਿਆਲਾਂ ਦੇ ਮਾਮਲੇ, ਬੁਰੀ ਸਿਆਲਾਂ ਦੀ ਰਾਹ, ਬੁਰੀਆਂ ਸਿਆਲਾਂ ਦੀਆਂ ਔਰਤਾਂ ਲੈਂਦੀਆਂ ਜਾਦੂ ਲੈਂਦੀਆਂ ਪਾ, ਜਾਦੂ ਲੈਂਦੀਆਂ ਪਾ, ਕੱਢ ਕਲੇਜੇ ਖਾਂਦੀਆਂ ਮੇਰੇ ਝਾਟੇ ਤੀਲ ਨਾ ਪਾ, ਰੰਨ ਦੀ ਖਾਤਰ ਚੱਲਿਆ ਆਵੇਂ ਜਾਨ ਗਵਾ, ਆਖੇ ਮੇਰੇ ਲੱਗ ਜਾ ਅੱਗੇ ਪੈਰ ਨਾ ਪਾ। ਤੋ ਇਸ ਦੇ ਵਿੱਚ ਮਿਰਜ਼ੇ ਦੀ ਮਾਂ ਜਿਹੜੀ ਹੈ ਉਸ ਨੂੰ ਰੋਕਦੀ ਹੈ, ਉਹਨੂੰ ਸਮਝਾਉਂਦੀ ਹੈ ਕਿ ਉਸ ਨੂੰ ਸਿਆਲਾਂ ਦੇ ਨਹੀਂ ਜਾਣਾ ਚਾਹੀਦਾ। ਸਿਆਲ ਜਿਹੜਾ ਕਿ ਸਾਹਿਬਾਂ ਦਾ ਪਿੰਡ ਹੈ। ਵਿਆਖਿਆ ਇਹਦੀ ਵੀ ਉਸ ਤਰ੍ਹਾਂ ਹੀ ਹੈ ਕਿ ਇਸ ਦਾ ਜਿਹੜਾ ਸਿਰਲੇਖ ਹੈ ਉਹ ਕੀ ਹੈ ਕਿ ਮਾਂ ਦਾ ਮਿਰਜ਼ੇ ਨੂੰ ਰੋਕਣਾ। ਤੋ ਜੇ ਆਪਾਂ ਪ੍ਰਸੰਗ ਲਿਖਣਾ ਹੋਵੇ ਕਿ ਹਥਲਾ ਕਾਵ ਟੋਟਾ ਸਾਡੀ 12ਵੀਂ ਸ਼੍ਰੇਣੀ ਦੀ 94ਵੀਂ ਪੰਜਾਬੀ ਦੀ ਪਾਠ ਪੁਸਤਕ ਮੱਧਕਾਲੀਨ ਪੰਜਾਬੀ ਕਾਵ ਝਲਕਾਂ ਅਤੇ ਇਤਿਹਾਸ ਵਿੱਚ ਦਰਜ ਕਿੱਸਾ ਕਾਵ ਅਧੀਨ ਪੀਲੂ ਦੀ ਰਚਨਾ ਮਿਰਜ਼ਾ ਸਾਹਿਬਾਂ ਵਿੱਚੋਂ ਲਿਆ ਗਿਆ ਹੈ। ਤੋ ਇਹ ਸਾਡੀ ਪੁਸਤਕ ਵਿੱਚ ਜਿਹੜਾ ਹੈ ਉਹ ਮਾਂ ਦਾ ਮਿਰਜ਼ੇ ਨੂੰ ਰੋਕਣਾ ਸਿਰਲੇਖ ਅਧੀਨ ਦਰਜ ਹੈ। ਇਸ ਬੰਦ ਵਿੱਚ ਜਿਹੜਾ ਹੈ ਮਿਰਜ਼ੇ ਦੀ ਮਾਂ ਮਿਰਜ਼ੇ ਨੂੰ ਸਿਆਲਾਂ ਦੇ ਜਾਣ ਨੂੰ ਜਾਂ ਮਿਰਜ਼ਾ ਸਾਹਿਬਾਂ ਦੇ ਕੋਲ ਜਾਣ ਤੋਂ ਰੋਕਦੀ। ਹੁਣ ਮਾਂ ਕੀ ਕਹਿੰਦੀ ਹੈ? ਮਾਂ ਕਹਿੰਦੀ ਹੈ, ਹਾਂਜੀ, ਤੋ ਜਿਹੜੀ ਮਿਰਜ਼ੇ ਦੀ ਮਾਂ ਹੈ ਉਹ ਮਿਰਜ਼ੇ ਨੂੰ ਕੀ ਸਮਝਾਉਂਦੀ ਹੈ ਉਹ ਹੀ ਇਸ ਜਿਹੜਾ ਉਸਦਾ ਹੈ। ਤਾਂ ਉਹ ਕਹਿੰਦੀ ਹੈ, ਜਦੋਂ ਮਿਰਜ਼ਾ ਜਾਣ ਲੱਗਦਾ ਕਹਿੰਦਾ ਕਿ ਮਿਰਜ਼ੇ
ਚੜ੍ਹਦੇ ਮਿਰਜ਼ੇ ਖਾਨ ਨੂੰ, ਜੋ ਮਿਰਜ਼ਾ ਘੋੜੀ 'ਤੇ ਚੜ੍ਹਦਾ, ਮੱਤੀ ਦਿੰਦੀ ਮਾਂ, ਤਾਂ ਉਹ ਮਾਂ ਉਸ ਨੂੰ ਅਕਲ ਦਿੰਦੀ ਹੈ, ਉਸ ਨੂੰ ਸਮਝਾਉਂਦੀ ਹੈ ਕਿ ਬੁਰੇ ਸਿਆਲਾਂ ਦੇ ਮਾਮਲੇ, ਬੁਰੀ ਸਿਆਲਾਂ ਦੀ ਰਾਹ, ਕਿ ਸਿਆਲਾਂ ਦੇ ਮਾਮਲੇ ਬਹੁਤ ਬੁਰੇ ਹਨ, ਉਹਨਾਂ ਨਾਲ ਜਿਹੜਾ ਹੈ ਸਾਨੂੰ ਦੁਸ਼ਮਣੀ ਨਹੀਂ ਲੈਣੀ ਚਾਹੀਦੀ, ਉਹਨਾਂ ਦੀਆਂ ਦੁਸ਼ਮਣੀਆਂ ਬਹੁਤ ਮਹਿੰਗੀਆਂ ਹਨ, ਬਹੁਤ ਮਾੜੀਆਂ ਹਨ। ਬੁਰੇ ਸਿਆਲਾਂ ਦੇ ਮਾਮਲੇ, ਬੁਰੀਆਂ ਸਿਆਲਾਂ ਦੀਆਂ ਔਰਤਾਂ ਜਾਦੂ ਲੈਂਦੀਆਂ ਪਾ। ਅਤੇ ਉੱਥੋਂ ਦੀਆਂ ਅਗਲਾ ਲਾਈਨ ਆਪਾਂ ਦੇਖ ਲਈਏ ਕਿ ਕੱਢ ਕਲੇਜੇ ਖਾਂਦੀਆਂ ਮੇਰੇ ਝਾਟੇ ਤੇਲ ਨਾ ਪਾ। ਅਤੇ ਸਿਆਲਾਂ ਦੀਆਂ ਔਰਤਾਂ ਵੀ ਬਹੁਤ ਬੁਰੀਆਂ ਹਨ, ਉਹ ਮਰਦਾਂ ਦੇ ਉੱਪਰ ਜਾਦੂ ਪਾ ਲੈਂਦੀਆਂ ਹਨ ਅਤੇ ਉਹਨਾਂ ਦੇ ਕਲੇਜੇ ਕੱਢ ਕੇ ਖਾ ਜਾਂਦੀਆਂ ਹਨ, ਭਾਵ ਉਹਨਾਂ ਨੂੰ ਮਰਵਾ ਦਿੰਦੀਆਂ ਹਨ। ਅਤੇ ਤੂੰ ਮੇਰੇ ਝਾਟੇ ਤੇਲ ਨਾ ਪਾ, ਮੇਰੇ ਸਿਰ ਤੋਂ ਜਿਹੜਾ ਹੈ, ਮੇਰੇ ਆਪਣੇ ਜੋ ਉਸਦੇ ਕਹਿੰਦੀ ਹੈ ਕਿ ਉਸਦੇ ਸਿਰ ਤੋਂ ਉਸਦੇ ਪੁੱਤਰ ਦਾ ਜਿਹੜਾ ਹੈ ਉਹ ਨਾ ਉਠਾਵੇ, ਉਸਦੀ ਝੋਲੀ ਜਿਹੜੀ ਆ ਉਹ ਸੱਖਣੀ ਨਾ ਕਰੇ। ਲਾਸਟ ਲਾਈਨ ਵਿੱਚ ਇਹਦੀ ਆਖੇ ਮੇਰੇ ਲੱਗ ਜਾ ਅੱਗੇ ਪੈਰ ਨਾ ਪਾ। ਤੋਂ ਅੰਤ ਵਿੱਚ ਉਹ ਕਹਿੰਦੀ ਹੈ, ਬੇਨਤੀ ਉਸ ਨੂੰ, ਮਿਰਜ਼ੇ ਨੂੰ ਸਮਝਾਉਂਦੀ ਹੈ ਕਿ ਤੂੰ ਮੇਰੇ ਆਖੇ ਲੱਗ, ਮੇਰੀ ਗੱਲ ਮੰਨ ਜਾ ਅਤੇ ਤੂੰ ਜਿਹੜਾ ਹੈ ਅੱਗੇ ਪੈਰ ਨਾ ਪਾ। ਅਗਲਾ ਜਿਹੜਾ ਬੰਦ ਹੈ, ਮਿਰਜ਼ੇ ਦਾ ਉੱਤਰ। ਜਦੋਂ ਮਿਰਜ਼ੇ ਦੀ ਮਾਂ ਮਿਰਜ਼ੇ ਨੂੰ ਸਮਝਾਉਂਦੀ ਹੈ ਤਾਂ ਮਿਰਜ਼ਾ ਉਸ ਦੀ ਗੱਲ ਨੂੰ ਸਮਝਣ ਦੀ ਬਜਾਏ ਉਸ ਨੂੰ ਜੋ ਉੱਤਰ ਦਿੰਦਾ ਹੈ ਉਹ ਇਸ ਦੇ ਵਿੱਚ ਅੰਕਿਤ ਹੈ ਕਿ ਅੱਗੋਂ ਮਿਰਜ਼ਾ ਬੋਲਿਆ ਦੇਵਾਂ ਇੱਕ ਸੁਣਾ, ਘਰ ਵੰਜਲ ਦੇ ਜੰਮਿਆਂ ਦਿੱਤੀ ਕੁੱਲ ਸਵਾਰ, ਸੱਦਿਆ ਸਾਹਿਬਾਂ ਸਿਆਲ ਕਿਕੁਰ ਦਿਆਂ ਜਵਾਬ, ਜੀਵਦਾ ਰਹਿਆ ਤਾਂ ਆ ਮਿਲਾਂ, ਮਤ ਛੋੜਿਓ ਆਸ, ਮਿਰਜ਼ਾ ਸਿਆਲਾਂ ਨੂੰ ਟੁਰ ਪਿਆ, ਚੱਲਿਆ ਹਵਾ ਸਵਾਰ, ਮਿਰਜ਼ਾ ਪੁੱਛੇ ਪੀਲੂ ਸ਼ਾਇਰ ਨੂੰ, ਦੱਸੀਂ ਸ਼ਗਨ ਵਿਚਾਰ। ਤੋ ਇਹ ਜਿਹੜਾ ਮਿਰਜ਼ਾ ਉੱਤਰ ਦਿੰਦਾ ਹੈ, ਕੀ ਕਹਿੰਦਾ ਹੈ, ਉਹ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਮੈਂ ਤੁਹਾਨੂੰ ਇੱਕ ਗੱਲ ਮੈਂ ਸਪਸ਼ਟ ਕਰ ਦੇਣੀ ਚਾਹੁੰਦਾ ਹਾਂ। ਮਿਰਜ਼ਾ ਇੱਥੇ ਕਹਿੰਦਾ ਹੈ ਕਿ ਮੈਂ ਇੱਕੋ ਗੱਲ ਸੁਣਾਉਂਦਾ ਹਾਂ ਕਿ ਮੈਂ ਵੰਜਲ ਦੇ ਘਰ, ਕਿਉਂਕਿ ਉਸਦੇ ਬਾਪ ਦਾ ਨਾਮ ਵੰਜਲ ਹੈ, ਤਾਂ ਉਸ ਕਹਿੰਦਾ ਕਿ ਮੈਂ ਵੰਜਲ ਦੇ ਘਰ ਜੰਮਿਆ ਅਤੇ ਵੰਜਲ ਦੀ ਕੁੱਲ ਜਿਹੜੀ ਹੈ ਉਹ ਮੈਂ ਸਵਾਰ ਦਿੱਤੀ ਹੈ। ਉਸਦੇ ਭਾਵ ਕਿ ਉਸਦੇ ਕੁੱਲ ਨੂੰ ਜਿਹੜਾ ਹੈ ਭਾਗ ਲਾ ਦਿੱਤੇ ਹਨ, ਉਸਦੇ ਕੁੱਲ ਦਾ ਨਾਮ ਰੌਸ਼ਨ ਕਰ ਦਿੱਤਾ ਹੈ। ਮੈਨੂੰ ਸਾਹਿਬਾਂ ਨੇ ਜਿਹੜਾ ਹੈ ਉਹ ਸੱਦਿਆ ਹੈ ਤਾਂ ਮੈਂ ਉਸ ਨੂੰ ਕਿਸ ਤਰ੍ਹਾਂ ਜਵਾਬ ਦੇ ਸਕਦਾ ਹਾਂ। ਕਹਿੰਦਾ ਕਿ ਮੈਂ ਉਸ ਨੂੰ ਜਵਾਬ ਜਿਹੜਾ ਉਹ ਨਹੀਂ ਦੇ ਸਕਦਾ, ਕਿਉਂਕਿ ਸਾਹਿਬਾਂ ਨੇ ਮੈਨੂੰ ਬੜੀ ਆਸ ਦੇ ਨਾਲ ਸੱਦਿਆ ਹੈ। ਤਾਂ ਕਹਿੰਦਾ ਕਿ ਜੇਕਰ ਜਿੰਦਾ ਰਿਹਾ ਤਾਂ ਤੁਹਾਨੂੰ ਮੈਂ ਆ ਕੇ ਜ਼ਰੂਰ ਮਿਲੂੰਗਾ, ਤੁਸੀਂ ਆਸ ਨਾ ਛੱਡਿਓ ਕਿ ਜੇ ਮੈਂ ਆਊਂਗਾ ਅਤੇ ਆ ਕੇ ਤੁਹਾਨੂੰ ਜ਼ਰੂਰ ਮਿਲੂੰਗਾ। ਮਿਰਜ਼ਾ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹ ਸਿਆਲਾਂ ਨੂੰ ਜਿਹੜਾ ਹੈ ਟੁਰ ਪੈਂਦਾ ਹੈ, ਚੱਲ ਪੈਂਦਾ ਹੈ, ਹਵਾ ਦੇ ਸਵਾਰ, ਜਿਵੇਂ ਕਿ ਉਸ ਦੀ ਬੱਕੀ 'ਤੇ ਸਵਾਰ ਹੋ ਕੇ ਹਵਾ ਨਾਲ ਗੱਲਾਂ ਕਰਦਾ ਹੋਇਆ ਸਾਹਿਬਾਂ ਦੇ ਪਿੰਡ ਸਿਆਲਾਂ ਨੂੰ ਤੁਰ ਪੈਂਦਾ ਹੈ। ਅਤੇ ਪੀਲੂ ਸ਼ਾਇਰ ਨੂੰ ਉਹ ਪੁੱਛਦਾ ਹੈ ਕਿ ਉਹ ਸ਼ਗਨ ਵਿਚਾਰ ਕੇ ਦੱਸੇ ਕਿ ਉਸ ਦਾ ਜਿਹੜਾ ਹੈ ਉਹ ਕੀ ਬਣੇਗਾ। ਸੋ ਪਿਆਰੇ ਵਿਦਿਆਰਥੀਓ, ਅੱਜ ਆਪਾਂ ਇਹ 3 ਹੀ ਜਿਹੜੇ ਕੀਤੇ ਹਨ। ਤੋ ਇਸ ਤੋਂ ਅਗਲੇ ਜਿਹੜੇ ਹਨ ਉਹ ਕੱਲ੍ਹ ਆਪਾਂ ਵਿਆਖਿਆ ਕਰਾਂਗੇ। ਤਾਂ ਤੁਸੀਂ ਇਹਨਾਂ ਤਿੰਨਾਂ ਹੀ ਪ੍ਰਸੰਗ ਸਹਿਤ ਵਿਆਖਿਆ ਨੂੰ ਜਿਹੜਾ ਹੈ ਆਪਣੀ ਪਾਠ ਪੁਸਤਕ ਵਿੱਚ, ਉੱਤਰ ਕਾਪੀਆਂ ਦੇ ਵਿੱਚ, ਨੋਟਬੁੱਕਸ ਦੇ ਵਿੱਚ ਨੋਟ ਕਰਨਾ ਹੈ ਅਤੇ ਸਮਝਣਾ ਹੈ। ਇਹੀ ਤੁਹਾਡਾ ਅੱਜ ਦਾ ਕੰਮ ਹੈ। ਧੰਨਵਾਦ।